ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ NK ਪੰਜਾਬੀ ਕਹਾਣੀਆਂ 'ਤੇ। ਸਵੇਰੇ ਸਵੇਰੇ ਮੇਰੀ ਅੱਖ ਖੁੱਲ੍ਹਦੀ ਤਾਂ ਮਾਂ ਤੇ ਪਿਤਾ ਜੀ ਕਿਸੇ ਨਾਲ ਉੱਚੀ ਆਵਾਜ਼ 'ਚ ਗੱਲਾਂ ਕਰਦੇ ਰਹਿੰਦੇ ਸਨ। ਉਹਨਾਂ ਦੀਆਂ ਆਵਾਜ਼ਾਂ ਇੰਨੀਆਂ ਉੱਚੀਆਂ ਸਨ ਕਿ ਮੈਂ ਪਰੇਸ਼ਾਨ ਹੋ ਗਈ। ਭੱਜ ਕੇ ਬਾਹਰ ਆਈ ਤਾਂ ਮੇਰੀ ਖੁਸ਼ੀ ਦਾ ਠਿਕਾਣਾ ਨਾ ਰਿਹਾ, ਕਿਉਂਕਿ ਸਾਹਮਣੇ ਮੇਰਾ ਪਤੀ ਖੜਾ ਸੀ। ਅੱਜ ਉਹ ਕਈ ਸਾਲਾਂ ਬਾਅਦ ਘਰ ਆਏ ਸਨ। ਉਹਨਾਂ ਨੂੰ ਦੇਖ ਕੇ ਮੇਰੀ ਜਾਨ 'ਚ ਜਾਨ ਆ ਗਈ ਸੀ। ਉਹਨਾਂ ਨੂੰ ਘਰੋਂ ਗਏ ਕਈ ਸਾਲ ਹੋ ਗਏ ਸਨ। ਉਹਨਾਂ ਦੀ ਉਡੀਕ 'ਚ ਤਾਂ ਹੁਣ ਬਿਲਕੁਲ ਨਿਰਾਸ਼ ਜਿਹੀ ਹੋਣ ਲੱਗੀ ਸੀ, ਪਰ ਅੱਜ ਉਹਨਾਂ ਨੂੰ ਆਪਣੇ ਸਾਹਮਣੇ ਦੇਖ ਕੇ ਮੈਂ ਸਾਰੇ ਗਿਲੇ ਸ਼ਿਕਵੇ ਭੁੱਲ ਗਈ। ਫਿਰ ਮੇਰੀ ਨਜ਼ਰ ਉਹਨਾਂ ਦੇ ਨਾਲ ਖੜੇ ਇੱਕ ਪਤਲੇ ਜਿਹੇ ਤੇ ਘੱਟ ਉਮਰ ਦੇ ਲੜਕੇ ਤੇ ਪਈ, ਜੋ ਬਿਲਕੁਲ ਸਹਿਮਿਆ ਹੋਇਆ ਸੀ। ਮੰਮੀ ਪਾਪਾ ਉਸੇ ਕਰਕੇ ਮੇਰੇ ਪਤੀ ਨਾਲ ਲੜ ਰਹੇ ਸਨ। ਬੇਟਾ, ਇਸ ਬੱਚੇ ਦੀ ਕੋਈ ਜਾਤ ਪਾਤ ਦਾ ਕੋਈ ਪਤਾ ਨਹੀਂ, ਤੂੰ ਇਸ ਨੂੰ ਕਿਉਂ ਉਠਾ ਕੇ ਘਰ ਲਿਆਇਆ ਹੈ? ਮੰਮੀ ਪਾਪਾ ਰਮੇਸ਼ ਨੂੰ ਇੱਕ ਹੀ ਸਵਾਲ ਕਰ ਰਹੇ ਸਨ। ਮੰਮੀ ਜੀ, ਆਪਣੇ ਲਈ ਥੋੜੀ ਲੈ ਕੇ ਆਇਆ ਹਾਂ, ਤੁਹਾਡੀ ਸੇਵਾ ਕਰਨ ਲਈ ਲਿਆਇਆ ਹਾਂ। ਇਸ ਨੂੰ ਮੇਰੇ ਮਾਲਕ ਨੇ ਮੈਨੂੰ ਤੋਹਫੇ 'ਚ ਦਿੱਤਾ ਹੈ। ਤੁਸੀਂ ਤਾਂ ਜਾਣਦੇ ਹੀ ਹੋ ਕਿ ਬੁਦੇਲਖੰਡ ਦੇ ਜ਼ਮੀਂਦਾਰਾਂ ਕੋਲ ਕਿੰਨੀ ਜ਼ਮੀਨ ਹੈ ਅਤੇ ਜਾਇਦਾਦ ਕਿੰਨੀ ਮਸ਼ਹੂਰ ਹੁੰਦੀ ਹੈ। ਮੈਂ ਇਸ ਨੂੰ ਆਪਣੇ ਨਾਲ ਜ਼ਬਰਦਸਤੀ ਨਹੀਂ ਲਿਆਇਆ, ਤੇ ਇਹ ਵੀ ਮੇਰੇ ਨਾਲ ਇੱਥੇ ਆਉਣ 'ਤੇ ਖੁਸ਼ ਹੈ। ਕਿਉਂ ਰਾਮੂ, ਦੱਸ, ਤੈਨੂੰ ਇੱਥੇ ਕੋਈ ਦਿੱਕਤ ਹੈ? ਰਾਮੂ ਨੇ ਆਪਣਾ ਸਿਰ ਨਾ ਹਿਲਾਉਂਦੇ ਹੋਏ ਜਵਾਬ ਦਿੱਤਾ, ਨਹੀਂ ਮਾਲਕ, ਮੈਨੂੰ ਕੋਈ ਵੀ ਦਿੱਕਤ ਨਹੀਂ ਹੈ। ਇੱਥੇ ਆ ਕੇ ਮੈਂ ਬਹੁਤ ਖੁਸ਼ ਹਾਂ। ਉਸਨੇ ਆਪਣੇ ਸੱਜੇ ਖੱਬੇ ਦੇਖਦੇ ਹੋਏ ਕਿਹਾ। ਉਸ ਦੀ ਖੂਬਸੂਰਤੀ ਕਰਕੇ ਤਾਂ ਮੈਂ ਵੀ ਉਸ ਵੱਲ ਖਿੱਚੀ ਗਈ, ਜਦੋਂ ਕਿ ਮੈਂ ਇੱਕ ਔਰਤ ਸੀ, ਪਰ ਉਸ ਦੇ ਨੈਣ ਨਕਸ਼ ਬਹੁਤ ਖੂਬਸੂਰਤ ਸਨ ਤੇ ਅੱਖਾਂ 'ਚ ਅਜਿਹੀ ਚਮਕ ਸੀ ਕਿ ਇੱਕ ਪਲ ਲਈ ਮੈਂ ਵੀ ਮੋਹਿਤ ਹੋ ਗਈ ਸੀ। ਉਸ ਦਾ ਹੁਸਨ ਘੱਟ ਉਮਰ ਦੀਆਂ ਲੜਕੀਆਂ ਤੋਂ ਵੀ ਕਿਤੇ ਵੱਧ ਸੀ। ਖੈਰ, ਉਸਨੇ ਆਪਣੇ ਮੋਢੇ ਤੇ ਤੌਲੀਆ ਲੈ ਰੱਖਿਆ ਸੀ ਤੇ ਆਪਣੇ ਦੋਵੇਂ ਹੱਥ ਜੋੜੀ ਖੜਾ ਸੀ, ਜਿਵੇਂ ਕਿਸੇ ਰਾਜ ਦਰਬਾਰ 'ਚ ਕੋਈ ਵਜ਼ੀਰ ਜਾਂ ਬੰਦੀ ਖੜਾ ਹੁੰਦਾ ਹੈ। ਉਸ ਦਾ ਅੰਦਾਜ਼ ਬਹੁਤ ਹੀ ਨਿਰਾਲਾ ਸੀ। ਮੇਰੇ ਪਾਪਾ ਜੀ ਨੇ ਬਹੁਤ ਬਹਿਸ ਕੀਤੀ ਮੇਰੇ ਪਤੀ ਨਾਲ, ਤੇ ਉਹਨਾਂ ਨੂੰ ਬਹੁਤ ਝਿੜਕਿਆ ਵੀ ਕਿ ਤੂੰ ਸਾਡੇ ਤੋਂ ਬਿਨਾਂ ਪੁੱਛੇ ਜਵਾਨ ਲੜਕੇ ਨੂੰ ਰੱਖ ਲਿਆ। ਕੱਲ ਨੂੰ ਇਹ ਵੱਡਾ ਹੋਵੇਗਾ ਤਾਂ ਬਹੂ ਤੇ ਸਾਡੀਆਂ ਔਰਤਾਂ ਲਈ ਸਮੱਸਿਆ ਖੜੀ ਕਰ ਸਕਦਾ ਹੈ। ਮੇਰੇ ਪਤੀ ਨੇ ਕਿਸੇ ਦੀ ਨਾ ਸੁਣੀ। ਮੈਂ ਵੀ ਖੁਸ਼ ਸੀ ਕਿ ਇਹਨਾਂ ਨੂੰ ਮੇਰਾ ਕਿੰਨਾ ਖਿਆਲ ਹੈ ਕਿ ਮੇਰੇ ਲਈ ਕੰਮ ਕਰਨ ਲਈ ਨੌਕਰ ਵੀ ਲੈ ਕੇ ਆ ਗਏ, ਜੋ ਹਰ ਸਮੇਂ ਮੇਰੀ ਸੇਵਾ ਕਰੇਗਾ ਤੇ ਮੈਂ ਕੋਈ ਕੰਮ ਨਹੀਂ ਕਰਾਂਗੀ। ਉਂਝ ਵੀ ਰਮੇਸ਼ ਬਹੁਤ ਸਾਲਾਂ ਬਾਅਦ ਘਰ ਆਇਆ ਸੀ। ਮੈਂ ਉਹਨਾਂ ਨਾਲ ਕੁਝ ਸਮਾਂ ਬਿਤਾਉਣਾ ਚਾਹੁੰਦੀ ਸੀ। ਰਾਮੂ ਨੇ ਆਉਂਦੇ ਹੀ ਸਾਰੇ ਘਰ ਦਾ ਕੰਮ ਸਾਂਭ ਲਿਆ। ਇੱਕ ਦਿਨ ਮੈਂ ਸਵੇਰੇ ਉੱਠੀ ਤਾਂ ਮੇਰੀ ਸੱਸ ਸਿਰ ਫੜੀ ਬੈਠੀ ਸੀ। ਉਹਨਾਂ ਦੇ ਚਿਹਰੇ ਤੋਂ ਲੱਗ ਰਿਹਾ ਸੀ ਕਿ ਉਹ ਬਹੁਤ ਪਰੇਸ਼ਾਨ ਹੈ। ਉਹਨਾਂ ਨੂੰ ਇਸ ਹਾਲਤ 'ਚ ਦੇਖ ਕੇ ਮੈਂ ਡਰ ਗਈ ਕਿ ਪਤਾ ਨਹੀਂ ਕੀ ਹੋ ਗਿਆ ਹੈ। ਪੁੱਛਿਆ ਤਾਂ ਆਖਣ ਲੱਗੀ ਕਿ ਬਹੂ, ਕੀ ਦੱਸਾਂ, ਅੱਜ ਕੱਲ੍ਹ ਦੀਆਂ ਔਰਤਾਂ ਨੂੰ ਪਤਾ ਨਹੀਂ ਕੀ ਹੋ ਗਿਆ ਹੈ, ਬਸ ਬਿਸਤਰੇ 'ਤੇ ਪਈਆਂ ਖਾਣਾ ਜਾਣਦੀਆਂ ਹਨ। ਅਸੀਂ ਤਾਂ ਆਪਣੇ ਜ਼ਮਾਨੇ 'ਚ ਖੁਦ ਆਟਾ ਪੀਂਦੇ ਸੀ, ਅੱਜ ਕੱਲ੍ਹ ਤਾਂ ਥਾਂ ਥਾਂ ਚੱਕੀਆਂ ਹੋ ਗਈਆਂ ਹਨ। ਹੁਣ ਨੋਹਾਂ ਦੇ ਇੰਨੇ ਨਖਰੇ ਹੁਣ ਔਰਤਾਂ ਆਪਣੇ ਘਰ ਦਾ ਕੰਮ ਕਰਨਾ ਵੀ ਤਾਂ ਨਹੀਂ ਚਾਹੁੰਦੀਆਂ, ਤਾਂ ਹੀ ਉਹਨਾਂ ਦੇ ਸਰੀਰ 'ਚ ਕਿੰਨੀਆਂ ਬਿਮਾਰੀਆਂ ਪੈਦਾ ਹੋ ਜਾਂਦੀਆਂ ਹਨ। ਚੰਗਾ ਤਰੀਕਾ ਹੈ ਕਿਸੇ ਨੂੰ ਗੱਲਾਂ ਸੁਣਾਉਣ ਦਾ ਕੰਮ ਦੇ ਲਈ, ਮੈਂ ਆਪਣੇ ਦਿਲ 'ਚ ਸੋਚਿਆ। ਹੁਣ ਕੀ ਹੋਇਆ? ਮੈਂ ਬੜੀ ਬੇਰੁਖੀ ਨਾਲ ਪੁੱਛਿਆ। ਬੇਟੀ, ਇਹ ਜੋ ਰਾਮੂ ਹੈ ਨਾ, ਮੈਨੂੰ ਇਸ 'ਤੇ ਭੋਰਾ ਵੀ ਵਿਸ਼ਵਾਸ ਨਹੀਂ ਹੈ। ਬਾਹਰ ਦਾ ਲੜਕਾ ਹੈ, ਪਤਾ ਨਹੀਂ ਕਿਹੋ ਜਿਹਾ ਹੋਵੇਗਾ। ਘਰ 'ਚ ਅਸੀਂ ਔਰਤਾਂ ਹੀ ਹਾਂ, ਕੱਲ ਨੂੰ ਇਹ ਵੱਡਾ ਵੀ ਹੋਵੇਗਾ। ਮੇਰੀ ਸੱਸ ਨੇ
ਫਿਕਰ ਜਤਾਉਂਦਿਆਂ ਕਿਹਾ, ਮੰਮੀ ਜੀ, ਤੁਹਾਨੂੰ ਕੀ ਲੱਗਦਾ ਹੈ ਕਿ ਮੇਰਾ ਕੰਮ ਸੌਖਾ ਹੋ ਗਿਆ, ਇਸ ਲਈ ਤੁਸੀਂ ਅਜਿਹੀਆਂ ਗੱਲਾਂ ਕਰ ਰਹੇ ਹੋ? ਤੁਸੀਂ ਚਾਹੁੰਦੇ ਹੀ ਨਹੀਂ ਕਿ ਮੈਂ ਘਰ 'ਚ ਆਰਾਮ ਨਾਲ ਰਹਾਂ। ਮੈਂ ਆਪਣੀ ਸੱਸ ਨੂੰ ਸ਼ਿਕਾਇਤ ਕੀਤੀ। ਧੀਏ, ਅਜਿਹੀ ਕੋਈ ਗੱਲ ਨਹੀਂ ਹੈ। ਚੱਲ, ਜੇ ਤੂੰ ਆਖਦੀ ਹੈ ਤਾਂ ਮੈਂ ਚੁੱਪ ਹੋ ਜਾਂਦੀ ਹਾਂ, ਪਰ ਇਹ ਸਭ ਠੀਕ ਨਹੀਂ ਹੈ। ਮੇਰੀਆਂ ਨਜ਼ਰਾਂ ਤਾਂ ਕੁਝ ਹੋਰ ਹੀ ਦੇਖ ਰਹੀਆਂ ਹਨ। ਮੰਮੀ ਨੇ ਇਹ ਗੱਲ ਆਖ ਕੇ ਮੇਰਾ ਹੋਰ ਵੀ ਜ਼ਿਆਦਾ ਦਿਲ ਦੁਖਾ ਦਿੱਤਾ ਸੀ। ਮੈਂ ਉਹਨਾਂ ਦੀ ਗੱਲ ਦਾ ਕੋਈ ਜਵਾਬ ਨਾ ਦਿੱਤਾ ਤੇ ਆਪਣੇ ਕਮਰੇ ਚਲੀ ਗਈ। ਉਂਝ ਵੀ ਰਾਮੂ ਸਮੇਂ ਤੇ ਮੇਰੀ ਸੇਵਾ ਲਈ ਖੜਾ ਰਹਿੰਦਾ, ਫਿਰ ਮੈਨੂੰ ਉਸ ਤੋਂ ਕੀ ਡਰ ਸੀ? ਪਤਲਾ ਜਿਹਾ ਤੇ ਆਗਿਆਕਾਰੀ ਬੱਚਾ ਸੀ। ਉਸ ਦੀ ਉਮਰ ਅਜੇ 14 ਸਾਲ ਦੀ ਹੋਵੇਗੀ। ਅਜਿਹਾ ਬੱਚਾ ਮੈਂ ਆਪਣੀ ਜ਼ਿੰਦਗੀ 'ਚ ਨਹੀਂ ਸੀ ਦੇਖਿਆ। ਉਸ ਦੇ ਆਉਣ ਕਰਕੇ ਮੇਰੇ ਪਤੀ ਦਾ ਰਵੱਈਆ ਵੀ ਮੇਰੇ ਨਾਲ ਬਹੁਤ ਚੰਗਾ ਹੋ ਗਿਆ ਸੀ। ਜਦੋਂ ਕਿ ਉਹ ਕਦੇ ਮੇਰੇ ਨਾਲ ਸਿੱਧੇ ਮੂੰਹ ਗੱਲ ਨਹੀਂ ਕਰਦੇ ਸਨ, ਪਰ ਅੱਜ ਕੱਲ੍ਹ ਉਹ ਮੈਨੂੰ ਖੁਦ ਹੀ ਹਸਾਉਣ ਲੱਗੇ ਸਨ। ਕਿੱਥੇ ਉਹਨਾਂ ਦਾ ਗਰਮ ਮਿਜ਼ਾਜ ਮੇਰੀਆਂ ਖੁਸ਼ੀਆਂ ਦਾ ਗਲਾ ਘੁੱਟ ਦਿੰਦਾ ਸੀ। ਅੱਜ ਵੀ ਸ਼ਾਮ ਦਾ ਸਮਾਂ ਸੀ। ਮੈਂ ਤੇ ਰਮੇਸ਼ ਆਪਣੇ ਕਮਰੇ 'ਚ ਬੈਠੇ ਚਾਹ ਪੀ ਰਹੇ ਸੀ ਕਿ ਦਰਵਾਜ਼ੇ 'ਤੇ ਹਲਕੀ ਜਿਹੀ ਕਿਸੇ ਦੇ ਆਉਣ ਦੀ ਆਹਟ ਹੋਈ। ਮੈਂ ਦੇਖਿਆ ਤਾਂ ਸਾਹਮਣੇ ਰਾਮੂ ਖੜਾ ਸੀ। ਕੀ ਗੱਲ ਹੈ ਰਾਮੂ, ਇਸ ਵੇਲੇ ਇੱਥੇ ਕਿਵੇਂ ਆਇਆ ਹੈ? ਮੇਰੇ ਪਤੀ ਨੇ ਗੁੱਸੇ ਨਾਲ ਪੁੱਛਿਆ। ਆਉਣ ਦਿਓ ਵਿਚਾਰੇ ਨੂੰ, ਕੋਈ ਗੱਲ ਕਰਨੀ ਹੋਵੇਗੀ। ਮੈਂ ਕਿਹਾ ਤਾਂ ਰਾਮੂ ਨੇ ਆਪਣਾ ਸਿਰ ਝੁਕਾ ਲਿਆ ਤੇ ਬਹੁਤ ਹੀ ਹੌਲੀ ਜਿਹੀ ਆਵਾਜ਼ 'ਚ ਬੋਲਿਆ ਕਿ ਮਾਲਕ, ਮੇਰੀ ਤਬੀਅਤ ਖਰਾਬ ਹੈ। ਮੇਰੇ ਤੋਂ ਕੰਮ ਵੀ ਨਹੀਂ ਹੋ ਰਿਹਾ। ਜੇਕਰ ਤੁਸੀਂ 2 ਦਿਨ ਦੀ ਛੁੱਟੀ ਦੇ ਦਿਓ ਤਾਂ ਮੇਰੀ ਤਬੀਅਤ ਸਹੀ ਹੋ ਜਾਵੇਗੀ, ਨਹੀਂ ਤਾਂ ਇਹ ਕੰਮ ਵੀ ਨਹੀਂ ਕਰ ਸਕਾਂਗਾ। ਉਸ ਦੀ ਗੱਲ ਸੁਣ ਕੇ ਮੇਰੇ ਪਤੀ ਨੂੰ ਹੋਰ ਗੁੱਸਾ ਆ ਗਿਆ। ਨਹੀਂ, ਮੇਰੀ ਪਤਨੀ ਪੇਕੇ ਜਾ ਰਹੀ ਹੈ, ਤੈਨੂੰ ਆਰਾਮ ਕਰਨ ਦੀ ਕੋਈ ਲੋੜ ਨਹੀਂ ਹੈ। ਉਂਝ ਵੀ ਮੈਂ ਤੈਨੂੰ ਸੇਵਾ ਲਈ ਲਿਆਇਆ ਹਾਂ, ਆਰਾਮ ਲਈ ਨਹੀਂ। ਮੇਰੇ ਪਤੀ ਨੇ ਉਸ ਨੂੰ ਝਿੜਕ ਕੇ ਕਮਰੇ 'ਚ ਭੇਜ ਦਿੱਤਾ। ਮੈਂ ਹੈਰਾਨ ਰਹਿ ਗਈ ਕਿ ਉਹਨਾਂ ਨੂੰ ਮੇਰਾ ਇੰਨਾ ਖਿਆਲ ਕਿਵੇਂ ਹੋ ਸਕਦਾ ਹੈ। ਮੈਂ ਸਵੇਰੇ ਹੀ ਤਾਂ ਪੇਕੇ ਜਾਣ ਦੀ ਗੱਲ ਆਖੀ ਸੀ। ਰਾਮੂ ਦਾ ਵੀ ਮੇਰੇ ਨਾਲ ਦਿਲ ਲੱਗ ਗਿਆ ਸੀ ਤੇ ਮੇਰੇ ਪੇਕੇ ਜਾਣ ਕਰਕੇ ਉਹ ਉਦਾਸ ਹੋ ਗਿਆ ਸੀ, ਇਸ ਲਈ ਬਿਮਾਰੀ ਦਾ ਬਹਾਨਾ ਬਣਾ ਰਿਹਾ ਸੀ। ਮੈਂ ਕਾਫੀ ਸਮੇਂ ਬਾਅਦ ਆਪਣੇ ਪੇਕੇ ਆਈ ਸੀ ਤੇ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ। ਮਾਂ ਨੂੰ ਵੀ ਦੱਸ ਦਿੱਤਾ ਕਿ ਮੇਰਾ ਪਤੀ ਮੇਰਾ ਬਹੁਤ ਖਿਆਲ ਰੱਖਦਾ ਹੈ। ਆਪਣੇ ਨਾਲ ਇੱਕ ਨੌਕਰ ਵੀ ਲਿਆਇਆ ਹੈ ਜੋ ਹਰ ਸਮੇਂ ਮੇਰੀ ਸੇਵਾ 'ਚ ਲੱਗਿਆ ਰਹਿੰਦਾ ਹੈ। ਇਹ ਸੁਣ ਕੇ ਮੇਰੀ ਮਾਂ ਨੇ ਵੀ ਮੈਨੂੰ ਝਿੜਕਣਾ ਸ਼ੁਰੂ ਕਰ ਦਿੱਤਾ। ਇਹ ਕੀ ਤੈਨੂੰ ਗੰਦੀ ਆਦਤ ਲੱਗੀ ਹੈ? ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਆਪਣੇ ਘਰ ਦੇ ਕੰਮ ਖੁਦ ਕਰੋ, ਆਪਣੇ ਪਤੀ ਦਾ ਖਿਆਲ ਵੀ ਖੁਦ ਰੱਖੋ। ਮੈਂ ਆਪਣੀ ਮਾਂ ਦੀਆਂ ਗੱਲਾਂ ਸੁਣ ਕੇ ਬਿਲਕੁਲ ਚੁੱਪ ਹੋ ਗਈ। 7 ਦਿਨ ਮੈਂ ਪੇਕੇ ਰਹੀ। ਮਾਂ ਨੇ ਕਈ ਉਪਦੇਸ਼ ਦਿੱਤੇ ਜਿਨ੍ਹਾਂ ਨੂੰ ਮੈਂ ਇੱਕ ਕੰਨ 'ਚੋਂ ਸੁਣ ਦੂਜੇ 'ਚੋਂ ਕੱਢ ਦਿੱਤਾ। 7 ਦਿਨਾਂ ਬਾਅਦ ਫਿਰ ਮੈਂ ਆਪਣੇ ਪਤੀ ਨਾਲ ਗੱਲ ਕੀਤੀ ਤਾਂ ਉਹ ਆਖਣ ਲੱਗੇ ਕਿ ਅਜੇ 2-3 ਦਿਨ ਹੋਰ ਇੱਥੇ ਰਹੋ, ਮੈਂ ਕੁਝ ਜ਼ਰੂਰ ਕੰਮਾਂ ਤੋਂ ਫ੍ਰੀ ਹੋ ਜਾਵਾਂ, ਫਿਰ ਤੁਹਾਨੂੰ ਆ ਕੇ ਲੈ ਜਾਵਾਂਗਾ। ਇਸ ਤਰ੍ਹਾਂ ਇੱਕ ਹਫ਼ਤਾ ਹੋਰ ਲੰਘ ਗਿਆ, ਪਰ ਉਹ ਨਹੀਂ ਆਏ। ਤੀਜੇ ਹਫ਼ਤੇ ਮੈਨੂੰ ਲੈਣ ਆਏ। ਘਰ ਆ ਕੇ ਮੈਨੂੰ ਮਹਿਸੂਸ ਹੋਇਆ ਜਿਵੇਂ ਮੇਰੇ ਪਤੀ ਦਾ ਰਵੱਈਆ ਕੁਝ ਬਦਲਿਆ ਜਿਹਾ ਹੈ। ਮੈਂ ਬਹੁਤ ਪਤਾ ਕਰਨ ਦੀ ਕੋਸ਼ਿਸ਼ ਕੀਤੀ ਕਿ ਆਖਰ ਗੱਲ ਕੀ ਹੈ, ਇਹ ਇੰਨੇ ਉਖੜੇ ਕਿਉਂ ਰਹਿੰਦੇ ਹਨ। ਮੈਂ ਉਹਨਾਂ ਨਾਲ ਗੱਲ ਕੀਤੀ ਤਾਂ ਉਹ ਹੋਰ ਚਿੜਨ ਲੱਗੇ ਤੇ ਬੋਲੇ ਕਿ ਤੂੰ ਮੈਨੂੰ ਗੁੱਸਾ ਦਿਵਾ ਰਹੀ ਹੈ। ਮੈਂ ਤਾਂ ਤੇਰੇ ਨਾਲ ਉਵੇਂ ਹੀ ਗੱਲ ਕਰ ਰਿਹਾ ਹਾਂ ਜਿਵੇਂ ਪਹਿਲਾਂ ਕਰਦਾ ਸੀ, ਪਰ ਤੂੰ
ਪਤਾ ਨਹੀਂ ਕਿਹੜੇ ਸੁਪਨਿਆਂ 'ਚ ਰਹਿੰਦੀ ਹੈ। ਉਹਨਾਂ ਦੀ ਗੱਲ ਸੁਣ ਕੇ ਮੈਂ ਬਹੁਤ ਸ਼ਰਮਿੰਦਾ ਹੋਈ। ਉਹ ਦਿਨ ਬਹੁਤ ਮੁਸ਼ਕਲ ਨਾਲ ਲੰਘਿਆ। ਮੇਰੀਆਂ ਅੱਖਾਂ ਖੁੱਲੀਆਂ ਤਾਂ ਰਾਮੂ ਮੈਨੂੰ ਕਿਤੇ ਵੀ ਨਜ਼ਰ ਨਾ ਆਇਆ। ਰਾਮੂ ਕਿੱਥੇ ਗਿਆ? ਮੈਂ ਸੋਚਣ ਲੱਗੀ ਕਿ ਉਸ ਬਿਨਾਂ ਤਾਂ ਮੇਰਾ ਗੁਜ਼ਾਰਾ ਬਹੁਤ ਮੁਸ਼ਕਿਲ ਸੀ। ਉਸ ਦੇ ਕਮਰੇ 'ਚ ਜਾ ਕੇ ਦੇਖਿਆ ਤਾਂ ਉੱਥੇ ਵੀ ਨਹੀਂ ਸੀ। ਥੋੜ੍ਹੇ ਚਿਰ ਬਾਅਦ ਸੱਸ ਨੇ ਦੱਸਿਆ ਕਿ ਰਮੇਸ਼ ਉਸ ਨੂੰ ਹਸਪਤਾਲ ਲੈ ਕੇ ਗਿਆ ਹੈ। ਉਸ ਦੀ ਤਬੀਅਤ ਬਹੁਤ ਖਰਾਬ ਸੀ ਅਤੇ ਕੰਮ ਵੀ ਨਹੀਂ ਹੋ ਰਿਹਾ ਸੀ। ਮੈਨੂੰ ਯਾਦ ਆਇਆ ਕਿ 2 ਹਫ਼ਤੇ ਪਹਿਲਾਂ ਵੀ ਉਹ ਆਪਣੀ ਤਬੀਅਤ ਖਰਾਬ ਹੋਣ ਦੀ ਸ਼ਿਕਾਇਤ ਕਰ ਰਿਹਾ ਸੀ। ਸ਼ਾਮ ਤੱਕ ਉਹ ਹਸਪਤਾਲ ਤੋਂ ਵਾਪਸ ਆ ਗਿਆ। ਉਸਨੇ ਇੱਕ ਵੱਡੀ ਸਾਰੀ ਚਾਦਰ ਲਈ ਹੋਈ ਸੀ ਤੇ ਮੋਢਿਆਂ ਤੇ ਉਹ ਤੌਲੀਆ ਸੀ। ਮੈਂ ਉਸ ਦਾ ਹਾਲ ਚਾਲ ਪੁੱਛਿਆ ਤਾਂ ਬਹੁਤ ਹੀ ਮਰੀ ਜਿਹੀ ਆਵਾਜ਼ 'ਚ ਬੋਲਿਆ ਕਿ ਬਸ ਠੀਕ ਹਾਂ ਦੀਦੀ, ਤੁਸੀਂ ਭਗਵਾਨ ਅੱਗੇ ਪ੍ਰਾਰਥਨਾ ਕਰੋ ਮੇਰੇ ਲਈ ਤੇ ਮੇਰੇ ਮਾਤਾ ਪਿਤਾ ਵੀ ਠੀਕ ਰਹਿਣ। ਉਸ ਦੀ ਗੱਲ ਸੁਣ ਕੇ ਮੈਂ ਵੀ ਥੋੜਾ ਜਿਹਾ ਪਰੇਸ਼ਾਨ ਹੋ ਗਈ। ਉਹ ਬੇਚਾਰਾ ਆਪਣੇ ਮਾਤਾ ਪਿਤਾ ਤੋਂ ਦੂਰ ਸੀ ਤੇ ਸਾਡੀ ਸੇਵਾ ਲਈ ਇੱਥੇ ਆ ਕੇ ਬੈਠਾ ਸੀ। ਮੈਂ ਉਸ ਨੂੰ ਕਮਰੇ ਜਾਣ ਦਾ ਕਿਹਾ। ਮੇਰੇ ਕਹਿਣ ਤੇ ਉਹ ਸਿਰ ਝੁਕਾ ਕੇ ਆਪਣੇ ਕਮਰੇ 'ਚ ਚਲਾ ਗਿਆ। 2-3 ਦਿਨ ਉਹ ਆਪਣੇ ਕਮਰੇ 'ਚ ਆਰਾਮ ਕਰ ਰਿਹਾ ਸੀ। ਮੈਂ ਵੀ ਉਸ ਦਾ ਜੀ ਜਾਨ ਨਾਲ ਖਿਆਲ ਰੱਖਿਆ, ਪਰ ਜਦੋਂ ਇੱਕ ਹਫ਼ਤਾ ਬੀਤ ਗਿਆ ਤਾਂ ਘਰ ਦੇ ਕੰਮਾਂ 'ਚ ਮੈਨੂੰ ਉਸ ਦੀ ਲੋੜ ਮਹਿਸੂਸ ਹੋਣ ਲੱਗੀ। ਤਾਂ ਮੈਂ ਉਸ ਨੂੰ ਕਹਿਣਾ ਸ਼ੁਰੂ ਕੀਤਾ ਕਿ ਰਾਮੂ, ਤੂੰ ਹੁਣ ਕੰਮ ਲਈ ਤਿਆਰ ਹੋ ਜਾ। ਮੈਂ ਤੇਰਾ ਬਹੁਤ ਖਿਆਲ ਰੱਖਿਆ ਹੈ। ਹੁਣ ਤੇਰੀ ਸਿਹਤ ਵੀ ਚੰਗੀ ਹੋ ਗਈ ਹੈ। ਮੇਰੀ ਮਦਦ ਕਰੇਗਾ ਤਾਂ ਮੈਂ ਵੀ ਤੇਰਾ ਖਿਆਲ ਰੱਖਾਂਗੀ। ਉਸਨੇ ਮੇਰੀ ਗੱਲ ਤੇ ਕੋਈ ਵੀ ਹਾਂ ਜਾਂ ਨਾ 'ਚ ਜਵਾਬ ਨਾ ਦਿੱਤਾ। ਉਹ ਪਹਿਲਾਂ ਨਾਲੋਂ ਵੀ ਜ਼ਿਆਦਾ ਕਮਜ਼ੋਰ ਹੋ ਗਿਆ ਸੀ। ਮੈਨੂੰ ਗੁੱਸਾ ਆਇਆ। ਕਿੱਥੇ ਸਿਰ ਝੁਕਾ ਕੇ ਗਧੇ ਵਾਂਗ ਸਾਰਾ ਦਿਨ ਕੰਮ ਕਰਨ ਵਾਲਾ ਰਾਮੂ ਤੇ ਕਿੱਥੇ ਇਹ ਜੋ ਹਰ ਸਮੇਂ ਬੈਠਾ ਆਰਾਮ ਕਰਦਾ ਰਹਿੰਦਾ ਹੈ। ਮੇਰੇ ਤੋਂ ਚੀਜ਼ਾਂ ਮੰਗ ਕੇ ਬਿਸਤਰ ਤੇ ਪਿਆ ਖਾਂਦਾ ਰਹਿੰਦਾ ਹੈ। ਮੈਂ ਵੀ ਜ਼ਿਆਦਾ ਬਰਦਾਸ਼ਤ ਕਰਨ ਵਾਲੀ ਨਹੀਂ ਸੀ। ਮੈਂ ਕਿਹਾ, ਤੂੰ ਕੰਮ ਨਹੀਂ ਕਰ ਸਕਦਾ ਤਾਂ ਇੱਥੋਂ ਚਲਾ ਜਾ। ਕੋਈ ਲੋੜ ਨਹੀਂ ਹੈ ਸਾਡੇ ਤੇ ਬੋਝ ਬਣਨ ਦੀ। ਮੈਂ ਰਾਮੂ ਨਾਲ ਇਹ ਗੱਲਾਂ ਆਖ ਰਹੀ ਸੀ ਤਾਂ ਮੇਰਾ ਪਤੀ ਘਰ ਆਇਆ ਤੇ ਕਹਿਣ ਲੱਗਿਆ ਕਿ ਤੇਰੀ ਹਿੰਮਤ ਕਿਵੇਂ ਹੋਈ ਰਾਮੀ ਨੂੰ ਝਿੜਕਣ ਦੀ। ਇਹ ਆਖ ਰਮੇਸ਼ ਨੇ ਅਜਿਹੀ ਹਰਕਤ ਕੀਤੀ ਕਿ ਮੇਰੀਆਂ ਅੱਖਾਂ ਅੱਡੀਆਂ ਦੀਆਂ ਅੱਡੀਆਂ ਰਹਿ ਗਈਆਂ। ਰਮੇਸ਼ ਨੇ ਰਾਮੂ ਨੂੰ ਆਪਣੇ ਨਾਲ ਲਾ ਲਿਆ। ਉਹਨਾਂ ਨੇ ਇੱਕ ਕਾਲੇ ਰੰਗ ਦਾ ਲਿਫਾਫਾ ਰਾਮੂ ਨੂੰ ਦਿੱਤਾ। ਇਹ ਕੀ ਹੈ? ਮੈਂ ਗੁੱਸੇ ਨਾਲ ਪੁੱਛਿਆ। ਪਹਿਲਾਂ ਹੀ ਉਸ ਨੂੰ ਮੇਰੇ ਲਾਡ ਪਿਆਰ ਨੇ ਸਿਰ ਤੇ ਚੜਾ ਰੱਖਿਆ ਹੈ, ਤੁਸੀਂ ਉਸ ਨੂੰ ਹੋਰ ਸਿਰ ਤੇ ਕਿਉਂ ਚੜਾ ਰਹੇ ਹੋ? ਬਾਕੀ ਇਹ ਸਾਡਾ ਸਨਮਾਨ ਕਰਨਾ ਵੀ ਭੁੱਲ ਜਾਵੇਗਾ। ਨੌਕਰਾਂ ਨੂੰ ਇੰਨਾ ਸਿਰ ਤੇ ਨਹੀਂ ਚੜਾਉਣਾ ਚਾਹੀਦਾ। ਮੇਰੇ ਪਤੀ ਨੇ ਮੇਰੀ ਗੱਲ ਬਿਲਕੁਲ ਅਣਸੁਣੀ ਕਰ ਦਿੱਤੀ ਤੇ ਮੈਨੂੰ ਇਸ ਤਰ੍ਹਾਂ ਅੱਖਾਂ ਦਿਖਾਉਣ ਲੱਗੇ ਜਿਵੇਂ ਰਾਮੂ ਨਾਲ ਉਹਨਾਂ ਦਾ ਬਹੁਤ ਗੂੜਾ ਰਿਸ਼ਤਾ ਹੋਵੇ। ਖਬਰਦਾਰ, ਜੇਕਰ ਤੂੰ ਉਸ ਦੇ ਬਾਰੇ ਇੱਕ ਵੀ ਸ਼ਬਦ ਕਿਹਾ, ਮੈਂ ਰਾਮੂ ਖਿਲਾਫ ਕੋਈ ਗੱਲ ਬਰਦਾਸ਼ਤ ਨਹੀਂ ਕਰਾਂਗਾ। ਜੇਕਰ ਤੂੰ ਇਸ ਘਰੋਂ ਜਾਣਾ ਹੈ ਤਾਂ ਚਲੀ ਜਾ। ਇਹ ਕਿਤੇ ਨਹੀਂ ਜਾਵੇਗਾ। ਉਹਨਾਂ ਦੀ ਗੱਲ ਤੋਂ ਮੈਂ ਤਾਂ ਹੈਰਾਨ ਰਹਿ ਗਈ। ਮੈਂ ਸੋਚਣ ਲੱਗੀ ਕਿ ਉਸ ਦਿਨ ਮੇਰੀ ਸੱਸ ਨੇ ਜੋ ਗੱਲ ਆਖੀ ਸੀ ਉਹ ਬਿਲਕੁਲ ਸਹੀ ਕਹੀ ਸੀ। ਮੇਰਾ ਪਤੀ ਤਾਂ ਹੁਣ ਕੁਝ ਹੋਰ ਹੀ ਕਰ ਰਿਹਾ ਸੀ। ਇੱਕ ਮਾਮੂਲੀ ਜਿਹੇ ਨੌਕਰ ਲਈ ਮੇਰੇ ਨਾਲ ਇੰਨੀ ਬਦਤਮੀਜ਼ੀ ਨਾਲ ਗੱਲ ਕਰ ਰਿਹਾ ਸੀ ਕਿ ਮੇਰਾ ਦਿਮਾਗ ਫਟਣ ਲੱਗਿਆ ਸੀ। ਮੈਂ ਇਸ ਗੱਲ ਨੂੰ ਨਜ਼ਰ ਅੰਦਾਜ਼ ਕਰ ਦਿੱਤਾ। ਕਦੇ ਕਦੇ ਪਤੀ ਪਤਨੀ 'ਚ ਅਜਿਹੀਆਂ ਗੱਲਾਂ ਹੋ ਜਾਂਦੀਆਂ ਹਨ। ਮੈਂ ਆਪਣੇ ਪਤੀ ਨਾਲ ਖੁਦ ਹੀ ਸਮਝੌਤਾ ਕਰ ਲਿਆ।
ਉਹ ਵੀ ਮੰਨ ਗਏ। ਮੇਰੇ ਨਾਲ ਗੱਲ ਕਰਨ ਲੱਗੇ। ਰਾਮੂ ਨੇ ਵੀ ਆਪਣੀਆਂ ਜ਼ਿੰਮੇਵਾਰੀਆਂ ਦੁਬਾਰਾ ਸਾਂਭ ਲਈਆਂ, ਪਰ ਹੁਣ ਉਸਨੇ ਆਪਣੇ ਮੋਢੇ ਤੋਂ ਤੌਲੀਏ ਦੇ ਨਾਲ-ਨਾਲ ਚਾਦਰ ਲੈਣੀ ਵੀ ਸ਼ੁਰੂ ਕਰ ਦਿੱਤੀ ਸੀ। ਉਸਦੀ ਚਾਲ ਢਾਲ ਵੀ ਔਰਤਾਂ ਵਾਲੀ ਹੋ ਗਈ ਸੀ। ਇੱਕ ਦਿਨ ਗੁਆਂਢ ਦੀ ਕੁਸਮ ਆਂਟੀ ਸਾਡੇ ਘਰ ਆਈ। ਉਹ ਜਦੋਂ ਵੀ ਆਉਂਦੀ ਸੀ ਤਾਂ ਚੰਗੀ ਸਲਾਹ ਦੇ ਕੇ ਜਾਂਦੀ ਸੀ, ਜੋ ਮੇਰੇ ਕੰਮ ਆਉਂਦੀ ਸੀ। ਅੱਜ ਜਦੋਂ ਆਂਟੀ ਸਾਡੇ ਘਰ ਆਈ ਤਾਂ ਰਾਮੂ ਨੇ ਉਸਨੂੰ ਚਾਹ ਬਣਾ ਕੇ ਪਿਆਈ। ਆਂਟੀ ਨੇ ਚਾਹ ਪੀਂਦੇ ਹੋਏ ਰਾਮੂ ਨੂੰ ਬਹੁਤ ਹੀ ਗੌਰ ਨਾਲ ਦੇਖਿਆ। ਸਿਰ ਤੋਂ ਪੈਰਾਂ ਤੱਕ ਉਸਨੂੰ ਦੇਖਦੀ ਰਹੀ। ਰਾਮੂ ਜਦੋਂ ਚਲਾ ਗਿਆ ਤਾਂ ਬਹੁਤ ਗੰਭੀਰਤਾ ਨਾਲ ਉਹਨਾਂ ਨੇ ਮੈਨੂੰ ਇੱਕ ਗੱਲ ਦੱਸੀ। ਆਖਣ ਲੱਗੀ ਕਿ ਤੂੰ ਕੁਝ ਸੋਚਿਆ ਹੈ? ਹੁਣ ਇਸ ਦਾ ਕੀ ਕਰੇਂਗੀ? ਇਸ ਨੂੰ ਆਪਣੇ ਘਰੋਂ ਕੱਢੋ। ਅਜਿਹੇ ਲੜਕੇ ਆਪਣੇ ਘਰ 'ਚ ਰੱਖਣਾ ਚੰਗੀ ਗੱਲ ਨਹੀਂ ਹੈ। ਉਸਨੇ ਡੂੰਘੀਆਂ ਨਜ਼ਰਾਂ ਨਾਲ ਰਾਮੂ ਨੂੰ ਦੇਖਦੇ ਹੋਏ ਕਿਹਾ, ਕੁਸਮ ਆਂਟੀ, ਤੁਹਾਨੂੰ ਅਜਿਹਾ ਕਿਉਂ ਲੱਗ ਰਿਹਾ ਹੈ? ਮੈਂ ਹੈਰਾਨੀ ਨਾਲ ਪੁੱਛਿਆ। ਉਸਦੀ ਚਾਲ ਤਾਂ ਦੇਖ, ਇਹ ਕਿਤੋਂ ਵੀ ਲੜਕਾ ਨਹੀਂ ਲੱਗਦਾ। ਮੈਨੂੰ ਲੱਗ ਰਿਹਾ ਹੈ ਕਿ ਤੂੰ ਆਪਣੇ ਲਈ ਮੁਸ਼ਕਿਲ ਪੈਦਾ ਕਰ ਰਹੀ ਹੈ। ਮੈਂ ਕਿਹਾ, ਤੁਸੀਂ ਕਿਹੋ ਜਿਹੀਆਂ ਗੱਲਾਂ ਕਰ ਰਹੇ ਹੋ ਆਂਟੀ? ਭਲਾ ਉਸ ਤੋਂ ਮੈਨੂੰ ਕੀ ਖਤਰਾ ਹੋ ਸਕਦਾ ਹੈ? ਮੈਂ ਬਹੁਤ ਹੈਰਾਨੀ ਨਾਲ ਪੁੱਛਿਆ। ਦੇਖੋ, ਅੱਜ ਕੱਲ੍ਹ ਦੇ ਜ਼ਮਾਨੇ 'ਚ ਕੁਝ ਵੀ ਹੋ ਸਕਦਾ ਹੈ। ਹਮੇਸ਼ਾ ਇਨਸਾਨ ਨੂੰ ਵੀ ਸਾਵਧਾਨੀ ਤੋਂ ਕੰਮ ਲੈਣਾ ਚਾਹੀਦਾ ਹੈ। ਪਰ ਮੇਰੇ ਕੋਲ ਤਾਂ ਰਾਮੂ ਬਾਰੇ ਕੋਈ ਸਬੂਤ ਨਹੀਂ ਸੀ, ਜਿਸ ਕਰਕੇ ਮੈਂ ਉਸ ਨਾਲ ਲੜ ਕੇ ਉਸ ਨੂੰ ਘਰੋਂ ਕੱਢ ਸਕਾਂ। ਇੱਕ ਦਿਨ ਮੈਂ ਸਵੇਰੇ ਸਵੇਰੇ ਨਾਸ਼ਤਾ ਕਰ ਰਹੀ ਸੀ। ਰਾਮੂ ਨੂੰ ਆਵਾਜ਼ ਦੇਣ ਲੱਗੀ, ਪਰ ਉਸਨੇ ਕੋਈ ਜਵਾਬ ਨਾ ਦਿੱਤਾ ਤਾਂ ਮੈਂ ਉਸਦੇ ਕਮਰੇ ਚਲੀ ਗਈ। ਗਲਤੀ ਨਾਲ ਅੱਜ ਉਸਨੇ ਆਪਣਾ ਦਰਵਾਜ਼ਾ ਖੁੱਲ੍ਹਾ ਛੱਡ ਦਿੱਤਾ ਸੀ, ਨਹੀਂ ਤਾਂ ਹਮੇਸ਼ਾ ਜ਼ਿਆਦਾਤਰ ਦਰਵਾਜ਼ਾ ਬੰਦ ਹੀ ਰੱਖਦਾ ਸੀ। ਮੈਂ ਦਰਵਾਜ਼ੇ 'ਚੋਂ ਅੰਦਰ ਦੇਖਿਆ ਤਾਂ ਰਾਮੂ ਨੇ ਆਪਣੇ ਮੋਢਿਆਂ ਤੋਂ ਤੌਲੀਆ ਤੇ ਚਾਦਰ ਉਤਾਰ ਰੱਖੀ ਸੀ। ਇਹ ਸਭ ਦੇਖ ਕੇ ਤਾਂ ਮੈਂ ਪੈਰਾਂ 'ਤੇ ਖੜੀ ਨਾ ਰਹਿ ਸਕੀ। ਕੰਨ ਦਾ ਸਹਾਰਾ ਨਾ ਲੈਂਦੀ ਤਾਂ ਸ਼ਾਇਦ ਉੱਥੇ ਹੀ ਡਿੱਗ ਪੈਂਦੀ। ਮੈਂ ਲੜਖੜਾਉਂਦੇ ਕਦਮਾਂ ਨਾਲ ਵਾਪਸ ਆਪਣੇ ਕਮਰੇ 'ਚ ਆ ਗਈ। ਹੁਣ ਤਾਂ ਮੇਰੀ ਸੱਸ ਵੀ ਚੁੱਪ ਸੀ। ਸ਼ਾਇਦ ਉਹਨਾਂ ਨੇ ਰਾਮੂ ਉਸ ਰੂਪ 'ਚ ਕਬੂਲ ਕਰ ਲਿਆ ਸੀ। ਮੈਂ ਸੋਚ ਲਿਆ ਕਿ ਹੁਣ ਰਾਮੂ ਨੂੰ ਆਪਣੇ ਘਰ ਨਹੀਂ ਰਹਿਣ ਦੇਵਾਂਗੀ। ਪਤੀ ਦੇ ਆਉਂਦੇ ਹੀ ਮੈਂ ਰੌਲਾ ਪਾ ਦਿੱਤਾ, ਹੁਣ ਇਸ ਘਰ 'ਚ ਜਾਂ ਤਾਂ ਰਾਮੂ ਰਹੇਗਾ ਜਾਂ ਮੈਂ ਆਪਣਾ ਕੰਮ ਖੁਦ ਕਰ ਸਕਦੀ ਹਾਂ। ਮੈਨੂੰ ਉਸ ਦੀ ਲੋੜ ਨਹੀਂ ਹੈ। ਹਾਂ ਠੀਕ ਹੈ, ਕੋਈ ਗੱਲ ਨਹੀਂ, ਜਿਵੇਂ ਤੂੰ ਆਖੇਂਗੀ ਉਵੇਂ ਹੀ ਹੋਵੇਗਾ। ਮੇਰੇ ਪਤੀ ਨੇ ਅਜਿਹੀ ਬਾਜ਼ੀ ਪਲਟੀ ਕਿ ਮੈਂ ਤਾਂ ਹੈਰਾਨ ਰਹਿ ਗਈ। ਮੈਂ ਵੀ ਰਾਮੂ ਤੋਂ ਤੰਗ ਆ ਗਿਆ ਹਾਂ। ਉਹਨਾਂ ਨੇ ਕਿਹਾ, ਤਾਂ ਫਿਰ ਕਦੋਂ ਜਾਵੇਗਾ ਇੱਥੋਂ? ਮੈਂ ਇਹ ਸ਼ਬਦ ਚੀਕਦੇ ਹੋਏ ਕਿਹਾ, ਬਸ ਕੱਲ ਹੀ ਮੈਂ ਇਸ ਦਾ ਸਮਾਨ ਪੈਕ ਕਰ ਦਿੰਦਾ ਹਾਂ। ਉਂਝ ਵੀ ਹੁਣ ਇਹ ਵੱਡਾ ਹੋ ਗਿਆ ਹੈ, ਇਸ ਦੇ ਇੱਥੇ ਰਹਿਣ ਦੀ ਕੋਈ ਤੁਕ ਨਹੀਂ ਬਣਦੀ। ਰਮੇਸ਼ ਅੱਜ ਵਾਰ-ਵਾਰ ਰਾਮੂ ਖਿਲਾਫ ਬੋਲ ਰਿਹਾ ਸੀ, ਜਦੋਂ ਕਿ ਇਹ ਗੱਲ ਮੇਰੇ ਲਈ ਬਿਲਕੁਲ ਵੀ ਉਲਟੀ ਸੀ। ਅਜਿਹਾ ਤਾਂ ਕਦੇ ਜ਼ਿੰਦਗੀ 'ਚ ਨਹੀਂ ਹੋਇਆ ਸੀ। ਉਹ ਹਮੇਸ਼ਾ ਉਸ ਨਾਲ ਹਮਦਰਦੀ ਪ੍ਰਗਟਾਉਂਦੇ ਸਨ। ਮੇਰੇ ਸੱਸ ਸਹੁਰਾ ਇਸ ਮਾਮਲੇ 'ਚ ਬਿਲਕੁਲ ਚੁੱਪ ਸਨ, ਜਿਵੇਂ ਉਹਨਾਂ ਨੂੰ ਕੋਈ ਸੱਪ ਸੁੰਘ ਗਿਆ ਹੋਵੇ। ਅਗਲੇ ਦਿਨ ਮੈਂ ਸਵੇਰੇ ਉੱਠੀ ਤਾਂ ਮੇਰੇ ਪਤੀ ਰਾਮੂ ਦਾ ਸਮਾਨ ਲੈ ਕੇ ਦਰਵਾਜ਼ੇ ਤੋਂ ਬਾਹਰ ਆਪਣੇ ਨਾਲ ਲੈ ਕੇ ਜਾ ਰਹੇ ਸਨ। ਕਿੱਥੇ ਜਾ ਰਹੇ ਹੋ ਤੁਸੀਂ? ਮੈਂ ਪੁੱਛਿਆ। ਰਾਮੂ ਨੂੰ ਉਸਦੇ ਘਰ ਛੱਡਣ ਜਾ ਰਿਹਾ ਹਾਂ। ਉਸਦੇ ਆਪਣੇ ਘਰ ਜਾਣ ਦਾ ਸਮਾਂ ਆ ਗਿਆ ਹੈ। ਇਸ ਵਿਚਾਰੇ ਨੇ ਸਾਡੀ ਬਹੁਤ ਸੇਵਾ ਕੀਤੀ ਹੈ। ਮੈਂ ਹੁਣ ਉਸ ਨੂੰ ਜ਼ਿਆਦਾ ਇੱਥੇ ਨਹੀਂ ਰੱਖ ਸਕਦਾ, ਰਮੇਸ਼ ਨੇ ਕਿਹਾ। ਰਾਮੂ ਨੂੰ ਲੈ ਕੇ ਗੱਡੀ 'ਚ ਬੈਠ ਗਏ। ਉਹਨਾਂ ਦੇ ਜਾਣ ਤੋਂ ਬਾਅਦ
ਮੈਂ ਪਰਮਾਤਮਾ ਦਾ ਧੰਨਵਾਦ ਕੀਤਾ। ਮੈਂ ਆਪਣੇ ਕਮਰੇ 'ਚ ਬੈਠੀ ਰਮੇਸ਼ ਦੀ ਉਡੀਕ ਕਰ ਰਹੀ ਸੀ ਕਿ ਉਹ ਆਉਣਗੇ ਤਾਂ ਮੈਂ ਉਹਨਾਂ ਨਾਲ ਢੇਰ ਸਾਰੀਆਂ ਗੱਲਾਂ ਕਰਾਂਗੀ, ਕਿਉਂਕਿ ਕੁਝ ਦਿਨਾਂ ਤੋਂ ਰਾਮੂ ਕਰਕੇ ਘਰ ਦੇ ਹਾਲਾਤ ਖਰਾਬ ਹੋ ਗਏ ਸਨ। ਮੈਂ ਚਾਹੁੰਦੀ ਹੋਈ ਵੀ ਆਪਣੇ ਪਤੀ ਨੂੰ ਸਮਾਂ ਨਹੀਂ ਦੇ ਸਕਦੀ ਸੀ, ਪਰ ਇਹ ਤਾਂ ਮੇਰੇ ਦਿਮਾਗੀ ਖਿਆਲ ਸਨ। ਰਮੇਸ਼ ਰਾਮੂ ਨੂੰ ਲੈ ਕੇ ਗਏ ਤੇ ਸਵੇਰ ਦੇ ਗਏ ਸ਼ਾਮ ਤੱਕ ਘਰ ਵਾਪਸ ਨਾ ਆਏ ਤਾਂ ਮੇਰੇ ਹੱਥ ਪੈਰ ਫੁੱਲਣ ਲੱਗੇ। ਸੱਸ ਸਹੁਰੇ ਤੋਂ ਪੁੱਛਿਆ ਤਾਂ ਉਹ ਬਹੁਤ ਹੀ ਆਰਾਮ ਨਾਲ ਬੈਠੇ ਸਨ, ਜਿਵੇਂ ਉਹਨਾਂ ਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਸੀ। ਫਿਰ ਇਸੇ ਤਰ੍ਹਾਂ 3 ਦਿਨ ਬੀਤ ਗਏ। ਹੁਣ ਤਾਂ ਗੱਲ ਮੇਰੇ ਬਰਦਾਸ਼ਤ ਤੋਂ ਬਾਹਰ ਹੁੰਦੀ ਜਾ ਰਹੀ ਸੀ। ਮੈਂ ਆਪਣੀ ਸੱਸ ਅੱਗੇ ਬੇਨਤੀ ਕਰਕੇ ਪੁੱਛਿਆ ਤਾਂ ਉਹ ਬੋਲੀ ਕਿ ਧੀਏ, ਤੂੰ ਆਪਣਾ ਘਰ ਖੁਦ ਬਰਬਾਦ ਕੀਤਾ ਹੈ। ਮੇਰੀ ਸੱਸ ਨੇ ਆਪਣੇ ਕਮਰੇ 'ਚੋਂ ਮੈਨੂੰ ਇੱਕ ਚਾਬੀ ਤੇ ਇੱਕ ਪਤਾ ਚੱਕ ਕੇ ਦਿੱਤਾ ਤੇ ਬੋਲੀ ਕਿ ਜਦੋਂ ਵਿਹਲੀ ਹੋ ਜਾਵੇਂ ਤਾਂ ਇਸ ਪਤੇ ਤੇ ਚਲੀ ਜਾਵੀਂ ਤੇ ਜਾ ਕੇ ਸੱਚਾਈ ਆਪਣੀਆਂ ਅੱਖਾਂ ਨਾਲ ਦੇਖ ਲਵੀਂ। ਨਾਲ ਹੀ ਚੇਤਾਵਨੀ ਦਿੱਤੀ ਕਿ ਖਬਰਦਾਰ, ਜੇਕਰ ਉੱਥੇ ਕੋਈ ਹੰਗਾਮਾ ਕੀਤਾ ਤਾਂ ਸਾਡੇ ਬੇਟੇ ਦੀ ਖੁਸ਼ੀ ਜਿਸ ਗੱਲ 'ਚ ਹੈ ਅਸੀਂ ਉਸੇ ਦਾ ਸਾਥ ਦੇਵਾਂਗੇ। ਮੈਂ ਪਹਿਲਾਂ ਤੈਨੂੰ ਕਿਹਾ ਸੀ ਕਿ ਤੂੰ ਬਾਜ਼ ਆ ਜਾ, ਨਾ ਭਰੋਸਾ ਕਰ ਲੋਕਾਂ ਤੇ, ਪਰ ਤੂੰ ਮੇਰੀ ਇੱਕ ਨਾ ਸੁਣੀ। ਹੁਣ ਆਪਣੇ ਕਿੱਤੇ ਦਾ ਅੰਜਾਮ ਭੁਗਤ। ਆਪਣੀ ਸੱਸ ਤੋਂ ਇਹ ਗੱਲ ਸੁਣ ਕੇ ਮੇਰੀ ਰਹੀ ਸਾਰੀ ਉਮੀਦ ਵੀ ਜਾਂਦੀ ਰਹੀ। ਅਗਲੇ ਦਿਨ ਮੈਂ ਉਸ ਪਤੇ ਤੇ ਪਹੁੰਚੀ ਤੇ ਉੱਥੇ ਜਾ ਕੇ ਫਲੈਟ ਦਾ ਦਰਵਾਜ਼ਾ ਖੋਲ੍ਹਿਆ। ਸ਼ਾਇਦ ਮੇਰੇ ਪਤੀ ਨੇ ਜਾਣ-ਬੁੱਝ ਕੇ ਇਹ ਸਭ ਸੱਚਾਈ ਮੈਨੂੰ ਦਿਖਾਉਣ ਦਾ ਫੈਸਲਾ ਕੀਤਾ ਸੀ। ਫਲੈਟ ਦਾ ਦਰਵਾਜ਼ਾ ਖੋਲ੍ਹਦੇ ਹੀ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ, ਕਿਉਂਕਿ ਸਾਹਮਣੇ ਮੇਰਾ ਪਤੀ ਰਾਮੂ ਨਾਲ ਬੈਠਾ ਸੀ, ਜਿਸ ਨੇ ਪੂਰਾ ਸਾਲ ਆਪਣੇ ਰੂਪ ਤੋਂ ਮੈਨੂੰ ਅਣਜਾਣ ਰੱਖਿਆ ਸੀ। ਉਹ ਵੀ ਮੇਰੀ ਨਾ ਸਮਝੀ 'ਚ। ਉਹ ਲੜਕਾ ਨਹੀਂ, ਉਹ ਤਾਂ ਲੜਕੀ ਸੀ। ਉਸਨੇ ਆਪਣਾ ਹੁਲੀਆ ਲੜਕਿਆਂ ਵਰਗਾ ਬਣਾ ਰੱਖਿਆ ਸੀ। ਮੈਨੂੰ 5 ਸਾਲ ਤੋਂ ਕੋਈ ਬੱਚਾ ਨਹੀਂ ਹੋਇਆ ਸੀ। ਰਾਮੂ ਜੋ ਲੜਕੇ ਦੇ ਰੂਪ 'ਚ ਲੜਕੀ ਸੀ, ਜਿਸ ਨੇ ਆਪਣਾ ਹੁਲੀਆ ਹਮੇਸ਼ਾ ਲੜਕਿਆਂ ਵਰਗਾ ਬਣਾ ਕੇ ਰੱਖਿਆ ਸੀ, ਪੂਰੇ 1 ਸਾਲ ਮੇਰੀ ਸੇਵਾ ਵੀ ਕਰਦੀ ਰਹੀ, ਪਰ ਮੈਨੂੰ ਨਾ ਪਤਾ ਲੱਗਿਆ। ਹੁਣ ਤਾਂ ਮੇਰਾ ਘਰ ਬਰਬਾਦ ਹੋ ਗਿਆ ਸੀ ਤੇ ਮੇਰਾ ਪਤੀ ਉਸਦਾ ਹੋ ਗਿਆ ਸੀ ਤੇ ਮੈਂ ਇਕੱਲੀ ਰਹਿ ਗਈ ਸੀ। ਉਸਦਾ ਅਸਲੀ ਨਾਂ ਰਾਮੂ ਨਹੀਂ, ਰਾਣੀ ਸੀ। ਰਾਣੀ ਨੇ ਮੇਰੇ ਪਤੀ ਦੇ 3 ਬੇਟਿਆਂ ਨੂੰ ਪੈਦਾ ਕੀਤਾ ਤੇ ਬੱਚੇ ਮੇਰੇ ਪਤੀ ਦੀ ਜਾਨ ਸਨ। ਮੇਰੇ ਲਈ ਹੁਣ ਜ਼ਿੰਦਗੀ ਦਾ ਕੋਈ ਮਕਸਦ ਨਹੀਂ ਸੀ। ਮੇਰੇ ਪਤੀ ਨੇ ਮੈਨੂੰ ਦੱਸਿਆ ਕਿ ਉਹਨਾਂ ਨੇ ਕਿਸੇ ਜ਼ਮੀਂਦਾਰ ਦੀ ਸੇਵਾ ਕੀਤੀ ਸੀ, ਜਿਸ ਦੇ ਬਦਲੇ 'ਚ ਉਹਨਾਂ ਨੇ ਰਾਣੀ ਮੈਨੂੰ ਸੌਂਪ ਦਿੱਤੀ ਸੀ। ਉਹ ਬਹੁਤ ਖੂਬਸੂਰਤ ਸੀ। ਦੇਖਣ ਵਾਲਿਆਂ ਦੀ ਨਜ਼ਰ ਉਸ 'ਤੇ ਟਿਕ ਜਾਂਦੀ ਸੀ, ਪਰ ਮੇਰਾ ਪਤੀ ਉਸ ਮਾਹੌਲ ਤੋਂ ਬਚਾਉਣ ਲਈ ਉਸ ਨੂੰ ਲੜਕੇ ਦਾ ਰੂਪ ਦੇ ਕੇ ਆਪਣੇ ਨਾਲ ਆਪਣੇ ਘਰ ਲੈ ਆਇਆ। ਸ਼ੁਰੂ 'ਚ ਉਹਨਾਂ ਦਾ ਇਰਾਦਾ ਸੀ ਉਹ ਉਸ ਨੂੰ ਇੱਕ ਨੌਕਰ ਵਾਂਗ ਰੱਖੇਗਾ, ਪਰ ਉਸ ਦੀ ਮਾਸੂਮੀਅਤ ਤੇ ਖੂਬਸੂਰਤੀ ਨੇ ਦੋਵਾਂ ਨੂੰ ਵਿਆਹ ਕਰਨ ਤੇ ਮਜਬੂਰ ਕਰ ਦਿੱਤਾ। ਹੁਣ ਜਦੋਂ ਰਾਣੀ 20 ਸਾਲ ਦੀ ਹੋ ਗਈ ਸੀ, ਪਰ ਉਹ ਮੇਰੇ ਲਈ ਤਾਂ ਅਜੇ ਬੱਚੀ ਸੀ। ਰਾਣੀ ਨੇ ਆਪਣੇ ਵਤੀਰੇ ਕਰਕੇ ਮੇਰਾ ਦਿਲ ਜਿੱਤ ਲਿਆ ਸੀ। ਉਸਨੇ ਮੈਨੂੰ ਵੱਡੀ ਭੈਣ ਵਾਲਾ ਦਰਜਾ ਦਿੱਤਾ ਸੀ। ਆਖਰ ਸਾਡਾ ਦੋਵਾਂ ਦਾ ਸਮਝੌਤਾ ਹੋ ਗਿਆ ਸੀ। ਹੁਣ ਅਸੀਂ ਦੋਵੇਂ ਇੱਕ ਹੀ ਘਰ 'ਚ ਇੱਕ ਛੱਤ ਹੇਠਾਂ ਰਹਿੰਦੇ ਹਾਂ। ਮੈਂ ਉਸ ਦਾ ਖਿਆਲ ਰੱਖਦੀ ਹਾਂ, ਉਹ ਮੇਰੀ ਇੱਜ਼ਤ ਕਰਦੀ ਹੈ। ਪਰ ਸਭ ਲੜਕੀਆਂ ਨੂੰ ਮੈਂ ਇਹੀ ਕਹਾਂਗੀ ਕਿ ਆਪਣੀ ਸੱਸ ਦੀਆਂ ਗੱਲਾਂ ਦਾ ਬੁਰਾ ਨਾ ਮੰਨੋ। ਹਰ ਸੱਸ ਬੁਰੀ ਨਹੀਂ ਹੁੰਦੀ, ਉਹਨਾਂ ਨੇ ਜ਼ਮਾਨਾ ਦੇਖਿਆ ਹੁੰਦਾ ਹੈ ਤੇ ਉਹੀ ਗੱਲਾਂ ਆਖਦੀਆਂ ਹਨ ਜੋ ਸਹੀ ਹੁੰਦੀਆਂ ਹਨ ਤੇ ਸਾਡੇ ਲਈ ਸਹੀ ਹੁੰਦੀਆਂ ਹਨ।